ਅਗਲੀ ਗੱਲ ਕਰੀਏ ਇਸੇ ਵਰਤਾਰੇ ਦੇ ਵਿੱਚੋਂ ਇੱਕ ਹੋਰ ਅਹਿਮ ਖਬਰ ਦੇ ਬਾਰੇ, ਜਿਹਦੇ ਬਾਰੇ ਜਾਣਨਾ ਜ਼ਰੂਰੀ ਹੈ ਤੇ ਲੋਕਾਂ ਨੂੰ ਵੀ ਉਹਦੇ ਬਾਰੇ ਪਤਾ ਲੱਗਣਾ ਚਾਹੀਦਾ। ਸ਼ਰਮਾ ਜੀ, ਦਿੱਲੀ ਸੀਲ ਹੈ, ਇੰਟਰਨੈਟ ਬੰਦ ਹੋਣ ਦੀਆਂ ਖਬਰਾਂ ਤੱਕ ਆ ਰਹੀਆਂ ਨੇ ਤੇ ਫੋਰਸ ਦੇ ਬਾਰੇ ਸੁਣਨ ਦੇ ਵਿੱਚ ਆ ਰਿਹਾ ਵੀ ਪੱਛਮੀ ਬੰਗਾਲ ਤੱਕ ਦੀ ਵੀ ਫੋਰਸ ਬੁਲਾ ਲਈ ਗਈ ਹੈ ਜੀ। ਬਿਲਕੁਲ, ਜਿਵੇਂ ਪੱਛਮੀ ਬੰਗਾਲ 'ਚ ਬੀਜੇਪੀ ਦਾ ਰਾਜ ਆ, ਉਹ ਵੀ ਕਿਸੇ ਕੋਈ ਨੂੰ ਨਾ ਬੁਲਾ ਫਾਇਦਾ ਤਾਂ ਸਕਦੇ ਨੇ। ਚੱਕਣਗੇ, ਸਹੀ ਗੱਲ ਆ। ਹਾਂ, ਦੇਖੋ ਦਿੱਲੀ ਦੇ ਵਿੱਚ ਦਰਿਆਫਤੀ ਅਜੇ ਵੀ ਜੁਟੇ ਹੋਏ ਨੇ, ਉਹ ਇਕੱਠੇ ਨੇ ਤੇ ਮੈਂ ਜਿਵੇਂ ਪਹਿਲਾਂ ਗੱਲ ਕਰ ਰਿਹਾ ਸੀਗਾ ਕਿ ਸਾਰੇ ਕਾਕਰੋਚ ਦੇ ਵਰਕਰ ਨਹੀਂ ਹੈਗੇ, ਉਹ 'ਚ ਵੱਡੀ ਗਿਣਤੀ 'ਚ ਲੋਕ ਕਹਿ ਰਹੇ ਨੇ ਕਿ ਸਾਡੇ ਮਾਪੇ RSS ਨਾਲ ਨੇ, ਸਾਡੇ ਮਾਪੇ BJP ਨਾਲ ਨੇ, ਅਸੀਂ ਘਰੇ ਵੀ ਪ੍ਰਦਰਸ਼ਨ ਕਰਕੇ ਆ ਰਹੇ ਹਾਂ, ਸਹੀ ਹੈ, ਉੱਥੋਂ ਨਿਕਲ ਕੇ ਤਾਂ ਆ ਰਹੇ ਹਾਂ, ਅਸੀਂ ਘਰੇ ਵੀ ਜੰਗ ਲੜ ਰਹੇ ਹਾਂ, ਹੈਨਾ। ਤੇ ਇਹਦੇ ਵਿੱਚ ਵੱਡੀ ਗਿਣਤੀ 'ਚ ਆਮ ਘਰਾਂ ਦੇ ਜਵਾਕ, ਸਧਾਰਨ ਘਰਾਂ ਦੇ ਜਵਾਕ ਆ ਰਹੇ ਨੇ। ਮਤਲਬ ਸਾਰੀ ਦਿੱਲੀ ਦੇ ਵਿੱਚ ਹਾਹਾਕਾਰ ਹੋਵੇ, ਦੁਨੀਆ ਭਰ ਦਾ ਮੀਡੀਆ ਨੂੰ ਕਵਰ ਕਰ ਰਿਹਾ ਹੋਵੇ, ਔਰ ਚੀਫ ਜਸਟਿਸ ਸਾਹਿਬ ਨੂੰ ਪਤਾ ਹੀ ਨਹੀਂਗਾ ਕੁਛ, ਜੱਜ ਸਾਹਿਬਾਨਾਂ ਨੂੰ ਪਤਾ ਹੀ ਨਹੀਂਗਾ ਕੁਛ ਕਿ ਹਾਂ ਕੀ ਹੋ ਰਿਹਾ। ਬਿਲਕੁਲ, ਵੀਡੀਓ ਇਹਨਾਂ ਨੇ ਕੀ ਦਿਖਾਉਣੀ, ਤੁਸੀਂ ਤਾਂ ਪਹਿਲਾਂ ਦੇਖੀ, ਤੁਸੀਂ ਆਪ ਕਹਿੰਦੇ ਵਕੀਲ ਨੂੰ ਕਿਹਾ ਮੈਂ ਦੇਖੀਆਂ ਨੇ, ਮੈਨੂੰ ਪਤਾ ਹੈ। ਸੋ ਇਸ ਲਈ ਜਦੋਂ ਇਹੀ ਸਥਿਤੀ ਹੋ ਜਾਵੇ, ਫਿਰ ਸਾਰੀਆਂ ਚੀਜ਼ਾਂ ਦੀ ਅਣਦੇਖੀ ਹੁੰਦੀ ਹੈ। ਹੁਣ ਦਿੱਲੀ ਦੇ ਵਿੱਚ 16 ਤੋਂ ਵੱਧ ਮੈਟਰੋ ਸਟੇਸ਼ਨ ਬੰਦ ਨੇ, ਸੀਲ ਨੇ। ਠੀਕ ਹੈ ਜੀ। ਮਤਲਬ ਉਸ ਸਟੇਸ਼ਨ ਵੱਲ ਨੂੰ ਜਾਂ ਕਿਸੇ ਵੀ ਮੈਟਰੋ ਸਟੇਸ਼ਨ, ਰੇਲਵੇ ਸਟੇਸ਼ਨ ਤੇ, ਬੱਸ ਅੱਡੇ ਤੇ, ਰਿਕਸ਼ੇ, ਟੈਂਪੂ, ਬਾਜ਼ਾਰ, ਚੌਂਕ 'ਚ ਕਿਤੇ ਵੀ ਕੋਈ ਪਿੱਠੂ ਬੈਗ ਵਾਲਾ ਨੌਜਵਾਨ ਦਿਖ ਜਾਂਦਾ, ਪੁਲਿਸ ਭੱਜ ਕੇ ਪੈਂਦੀ ਉਹਨਾਂ ਨੂੰ, ਜਿਵੇਂ ਗਲੀ 'ਚੋਂ ਕੋਈ ਬਾਹਰਲਾ ਬੰਦਾ ਆ ਜਾਵੇ ਉਹਨੂੰ ਕੁੱਤੇ ਪੈ ਜਾਂਦੇ ਨੇ। ਸਹੀ ਹੈ, ਆਹ ਸਥਿਤੀ ਹੋਈ ਪਈ ਹੈ। ਸਹੀ ਹੈ। ਉਹਨਾਂ ਨੂੰ ਹਰ ਨੌਜਵਾਨ ਬੱਚਾ ਜੰਤਰ ਮੰਤਰ ਵੱਲ ਨੂੰ ਜਾਂਦਾ ਦੇਖਦਾ, ਉਹਨੂੰ ਘੇਰ ਘੇਰ ਕੇ ਪੁੱਛਦੇ ਨੇ, ਉਹਦਾ ਬੈਗ ਚੈੱਕ ਕਰਦੇ ਨੇ, ਰੋਕਦੇ ਨੇ। ਆਹ ਸਥਿਤੀ ਹੈ ਦਿੱਲੀ ਦੇ ਵਿੱਚ। ਰਾਤ ਕਨੌਟ ਪਲੇਸ ਦੇ ਵਿੱਚ ਫਿਰ ਪੱਥਰਬਾਜ਼ੀ ਹੋਈ ਹੈ, ਰਾਤ ਫਿਰ ਕਨੌਟ ਪਲੇਸ ਦੇ ਵਿੱਚ ਅਥਰੂ ਗੈਸ ਦੇ ਗੋਲੇ ਦਾਗੇ ਗਏ ਨੇ। ਠੀਕ ਹੈ ਜੀ। ਬੱਚੇ ਬਾਰ-ਬਾਰ ਸਵਾਲ ਕਰਦੇ ਨੇ ਕਿ ਸਾਨੂੰ ਦੱਸ ਦਿਓ, ਜਿੱਥੇ ਅਸੀਂ ਪ੍ਰਦਰਸ਼ਨ ਕਰ ਰਹੇ ਉਹਦੇ ਆਲੇ ਦੁਆਲੇ ਇਹ ਟਿੱਪਰ ਲਿਆ ਕੇ ਪੱਥਰਾਂ ਦੇ ਕੌਣ ਖੜਾਉਂਦਾ? ਸਹੀ ਹੈ ਜੀ, ਬਿਲਕੁਲ। ਉਹ ਕੌਣ ਲੈ ਕੇ ਆਉਂਦਾ? ਸਾਨੂੰ ਇਹ ਤਾਂ ਜਵਾਬ ਦੇ ਦਿਓ। ਪਹਿਲਾਂ ਤਾਂ ਸਿਵਲ ਵਰਦੀ ਵਾਲਾ ਮਾਮਲਾ ਆ ਰਿਹਾ ਸੀ ਕਿ ਚੈੱਕ ਵਾਲੀਆਂ ਕਮੀਜ਼ਾਂ ਪਾਈਆਂ ਜੀ, ਰੰਗ ਵਾਲੀਆਂ ਕਮੀਜ਼ਾਂ ਪਾਈਆਂ ਜੀ, ਹੈਲਮਟ ਪਾਏ ਨੇ ਜੀ, ਮੂੰਹ ਤੇ ਰੁਮਾਲ ਬੰਨੇ ਨੇ। ਕੱਲ 2 ਵੀਡੀਓ ਮੇਰੇ ਸਾਹਮਣੇ ਆਈਆਂ, ਪੈਰਾਂ 'ਚ ਚੱਪਲਾਂ ਨੇ ਉਹਨਾਂ ਦੇ। ਹਾਂਜੀ, ਬਿਲਕੁਲ। ਤੇ ਇੱਥੋਂ ਅੰਦਾਜ਼ਾ ਲਾ ਲਓ, ਇਹਦਾ ਮਤਲਬ ਪਹਾੜੇ ਤੇ ਲਿਆਂਦੇ ਵੇ ਬੰਦੇ ਨੇ। ਕਿ ਜੇ ਉਹ, ਮੈਂ ਕਹਿੰਦਾ ਪੁਲਿਸ ਵਾਲੇ ਵੀ ਹੁੰਦੇ ਕਿ ਸਿਵਲ ਵਰਦੀ 'ਚ, ਤਾਂ ਵੀ ਪੁਲਿਸ ਵਾਲਿਆਂ ਨੂੰ ਪਤਾ ਹੁੰਦਾ ਇਹ ਜੇ ਪ੍ਰਦਰਸ਼ਨ ਜਾਣ ਲੱਗੇ ਬੂਟ ਪਾ ਕੇ ਜਾਣਾ ਹੁੰਦਾ। ਸ਼ੂ ਪਾ ਕੇ ਜਾਣਾ, ਬਿਲਕੁਲ ਸਹੀ। ਪੁਲਿਸ ਦੀ ਵਰਦੀ ਦਾ ਪ੍ਰੋਟੋਕੋਲ ਵੀ ਹੁੰਦਾ ਜੀ। ਮੈਂ ਕਹਿੰਦਾ ਜੇ ਤੁਸੀਂ ਵਰਦੀ 'ਚ ਨਹੀਂ ਵੀ ਹੈਗੇ ਤਾਂ ਵੀ ਤੁਸੀਂ ਘਰ ਵਾਲੇ ਬੂਟ ਪਾਏ ਹੁੰਦੇ। ਪਰ ਮਤਲਬ ਕਿ ਇੱਥੋਂ ਤੱਕ ਜੇ ਵਰਤਾਰੇ ਦਾ ਮਤਲਬ ਜਿਵੇਂ ਲੇਬਰ ਚੌਂਕ 'ਚੋਂ ਲੇਬਰ ਚੱਕੀ ਹੁੰਦੀ ਹੈ, ਉਵੇਂ ਚੱਕੇ ਨੇ ਬੰਦੇ। ਜਾਂ ਪੁਲਿਸ ਜਿਨ੍ਹਾਂ ਨੂੰ ਕਿਸੇ ਮਾਮਲੇ 'ਚ ਫੜਦੀ ਆ, ਫਿਰ ਉਹਨਾਂ ਨੇ ਯਾਰਾਨਾ ਪਗਾਉਂਦੀ ਆ, ਉਹਨਾਂ ਨੂੰ ਇਸ ਪਹਾੜੇ ਤੇ ਰੱਖ ਲੈਂਦੀ ਹੈ। ਉਹ ਕੰਮ ਹੈ ਕਿ ਜੇ ਕਤਰੀ ਤੁਹਾਡੇ ਲਈ ਕੰਮ ਕਰ ਲਾਂਗੇ, ਗੁੰਡੇ ਤੁਹਾਡੇ ਲਈ ਕੰਮ ਕਰ ਲਾਂਗੇ, ਇਹਦਾ ਜਵਾਬ ਕੌਣ ਦੇਗਾ? ਤੇ ਫਿਰ ਜੇ ਤੁਹਾਨੂੰ ਇਹ ਲੱਗ ਰਿਹਾ ਕਿ ਹਾਂ ਇਹ ਮਾਮਲਾ ਇੰਨਾ ਹੋ ਰਿਹਾ ਕਿ ਘੇਰਾਬੰਦੀ ਮਜ਼ਬੂਤ ਕਰਨੀ ਹੈ, ਤਕੜੀ ਕਰਨੀ ਹੈ, ਤਾਂ ਤੁਸੀਂ ਦਿੱਲੀ ਪੁਲਿਸ ਦਾ ਲਾਈ, ਨੀਮ ਸੁਰੱਖਿਆ ਦਸਤੇ ਦਾ ਲਾਏ। ਹੁਣ ਕਹਿੰਦੇ ਜੀ 20 ਟੁਕੜੀਆਂ ਪੱਛਮੀ ਬੰਗਾਲ ਤੋਂ ਬੁਲਾਈਆਂ। ਠੀਕ ਹੈ, ਇੱਥੋਂ ਅੰਦਾਜ਼ਾ ਲਾ ਲਓ। ਸੋ ਇਹਦਾ ਮਤਲਬ ਤੁਸੀਂ ਬੱਚਿਆਂ ਨਾਲ ਕਿਵੇਂ ਨਜਿੱਠਣਾ ਚਾਹੁੰਦੇ ਹੋ? ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਜੀ। ਮੈਨੂੰ ਜਾਣਕਾਰੀ ਮਿਲ ਰਹੀ ਸੀ ਕਿ JP ਨੱਡਾ ਜੀ ਨੇ ਸੰਪਰਕ ਸਾਧਿਆ ਇਹਨਾਂ ਨਾਲ ਕਿ ਆਜੋ ਆਪਾਂ ਦੁਬਾਰਾ ਗੱਲ ਕਰਦੇ ਹਾਂ। ਠੀਕ ਹੈ। ਇਹ ਕਹਿੰਦੇ ਜੀ ਉਦੋਂ ਕਰਤਾ ਲਈ 2 ਵਾਰ ਗੱਲ, ਤੁਹਾਡਾ ਗੱਲ ਹੋ ਰਹੀ ਸੀ, ਤੁਹਾਡੀ ਪੁਲਿਸ ਬਾਹਰ ਕੀ ਕਰ ਰਹੀ ਸੀ? ਜਦੋਂ ਗੱਲਬਾਤ ਲਈ ਬੁਲਾਇਆ ਤਾਂ ਉਹਦਾ ਮਤਲਬ ਹੁੰਦਾ ਪੁਲਿਸ ਨੂੰ ਕਿਹਾ ਜਾਂਦਾ ਕਿ ਕੋਈ ਐਕਸ਼ਨ ਨਹੀਂ ਕਰਨਾ ਹੁੰਦੇ, ਰੁਕ ਜਾਓ, ਸਾਡੀ ਗੱਲ ਹੋ ਰਹੀ ਹੈ। ਜੀ। ਅਭਿਜੀਤ ਦੀਪਕੇ ਨੇ ਤਾਂ ਮਿੰਟ ਨਹੀਂ ਲਾਇਆ ਨਾ, ਸਾਡੀ ਗੱਲ ਤੁਰ ਪਈ ਜੀ, ਮੈਂ ਭੁੱਖ ਹੜਤਾਲ ਤੋੜਤੀ। ਉਹਨੇ ਤਾਂ ਕਹਿ ਵੀ ਦਿੱਤਾ ਕਿ ਜੀ ਜਿੰਨੀ ਦੇਰ ਸਾਡੀ ਗੱਲ ਚੱਲ ਰਹੀ ਹੈ ਇਸ ਲਈ ਉਹਨੇ ਅਸੀਂ ਪ੍ਰਦਰਸ਼ਨ ਰੋਕਦੇ ਹਾਂ। ਪਰ ਸਰਕਾਰ ਨੇ ਨਹੀਂ ਨਾ ਕਿਹਾ ਕਿ ਪੁਲਿਸ ਦੀ ਕਾਰਵਾਈ ਰੋਕਦੇ ਹਾਂ, ਲਾਠੀਆਂ ਭਰਾਉਣੀਆਂ ਰੋਕਦੇ ਹਾਂ। ਬਿਲਕੁਲ। ਤੇ ਅਭਿਜੀਤ ਦੀਪਕੇ ਹੁਣ ਜੋ ਮਰਜ਼ੀ ਕਹੀ ਜਾਵੇ, ਉਹਦੇ ਹੱਥ ਬਸ ਨਹੀਂ ਹੈਗਾ। ਬਿਲਕੁਲ। ਕਿਉਂਕਿ ਉਹ ਕਿਸੇ ਉਸ ਨੀਤੀ ਦੇ ਤਹਿਤ ਨਹੀਂ ਚੱਲ ਪਾ ਰਿਹਾ ਜਿਹੜੀ ਨੀਤੀ ਦੇ ਤਹਿਤ ਅੰਦੋਲਨ ਚੱਲਦੇ ਨੇ। ਇੱਕ ਟੀਮ ਹੋਵੇ, ਸੁਹਿਰਦ ਲੋਕ ਹੋਣ, ਜਿਹੜੇ ਸਟੇਜ ਤੋਂ ਐਲਾਨ ਕਰਨ, ਸਾਰੇ ਉਹਨਾਂ ਦੀ ਗੱਲ ਮੰਨਣ। ਉਹਦੇ ਵਿੱਚ ਕਈ ਆਪਣਾ ਪ੍ਰੋਪੋਗੰਡਾ ਪਾਲ ਰਹੇ ਨੇ। ਸਹੀ ਹੈ ਜੀ। ਉਹ 'ਚ ਕਈ ਇਹਨਾਂ ਦੇ ਅੰਦੋਲਨ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਮੁੱਖ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਜਿਹੇ ਦੇ ਵਿੱਚ ਫਿਰ ਕੁਝ ਵੀ ਹੋ ਸਕਦਾ। ਪੁਲਿਸ ਇਹੀ ਮੌਕੇ ਤਲਾਸ਼ਦੀ ਹੈ। ਜੋ ਮੈਂ ਰਾਕੇਸ਼ ਟਿਕੈਤ ਨੂੰ ਸੁਣ ਰਿਹਾ ਸੀਗਾ, ਉਹ ਕਹਿੰਦਾ ਵੀ ਮੈਂ ਤਾਂ ਇਹਨਾਂ ਨੂੰ ਸਲਾਹ ਇਹੀ ਦਿੱਤੀ ਹੈ ਕਿ ਧਿਆਨ ਰੱਖਿਓ, ਤੁਹਾਡੇ 'ਚ ਜੇ ਕੋਈ ਜਵਾਕ ਆਪਣੇ ਹੱਥ 'ਚ ਪੱਥਰ ਲੈ ਕੇ ਖੜਾ ਜਾਂ ਲਾਠੀ ਸੋਟੀ ਲੈ ਕੇ ਖੜਾ ਜਾਂ ਮਤਲਬ ਤੁਹਾਡਾ ਨਹੀਂਗਾ ਉਹ ਜੀ, ਇਹ ਪਛਾਣ ਜ਼ਰੂਰ ਰੱਖਿਓ। ਸੋ ਇਹਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਇੱਕ ਤਾਂ ਸੋਨਮ ਵਾਂਗਚੁਕ ਹੋਰਾਂ ਨੂੰ ਉਹਨਾਂ ਨੇ ਅਪੀਲ ਕੀਤੀ ਆ। ਠੀਕ ਹੈ ਜੀ। ਕਿ ਤੁਸੀਂ ਮਰਨ ਵਰਤ ਆਪਣਾ ਛੱਡ ਦਿਓ ਜੀ, ਕਿਉਂਕਿ ਤੁਹਾਡੀ ਲੋੜ ਹੈ, ਅੰਦੋਲਨ ਵੱਡਾ ਚੱਲੇਗਾ। ਤੇ ਸੋਨਮ ਵਾਂਗਚੁਕ ਨੇ ਕਿਹਾ ਕਿ ਸਰਕਾਰ ਮੈਨੂੰ ਯਕੀਨ ਦਿਵਾ ਦੇਵੇ ਕਿ ਹਾਂ ਉਹ ਦੁਬਾਰਾ ਬੱਚਿਆਂ ਨਾਲ ਅਜਿਹਾ ਵਿਵਹਾਰ ਨਹੀਂ ਕਰੂਗੀ, ਮੈਂ ਆਪਣਾ ਮਰਨ ਵਰਤ ਤੋੜਨ ਲਈ ਤਿਆਰ ਹਾਂ। ਤੇ ਇੱਧਰ ਆਪਾਂ 20 ਟੁਕੜੀਆਂ ਦੀ ਗੱਲ ਕਰ ਰਹੇ ਹਾਂ ਤੇ
ਕਰੀਬ 2000 ਤੋਂ ਵੱਧ ਜਵਾਨ ਪੱਛਮੀ ਬੰਗਾਲ ਤੋਂ ਬੁਲਾਏ ਨੇ, ਜਿਹੜੀਆਂ 20 ਟੁਕੜੀਆਂ ਆਈਆਂ ਨੇ ਕਹਿੰਦੇ। ਠੀਕ ਹੈ ਜੀ, ਹੈ ਨਾ। ਇਹਦੇ ਵਿੱਚ ਹੀ ਫਿਰ ਮਤਲਬ ਕਿ ਦਿੱਲੀ ਦੇ ਵਿੱਚ ਸੁਰੱਖਿਆ ਪ੍ਰਬੰਧਨ ਲੈ ਕੇ 16 ਮੈਟਰੋ ਸਟੇਸ਼ਨ ਸੀਲ ਕੀਤੇ ਹੋਏ ਨੇ। ਹਾਲਾਂਕਿ ਕੁਝ ਸ਼ਾਮ ਨੂੰ ਜਦੋਂ 4-5 ਵੱਜਦੇ ਨੇ, ਛੁੱਟੀ ਦਾ ਟਾਈਮ, ਉਸ ਸਮੇਂ ਜਾਣ ਵਾਲੇ ਹਵਾਲੇ ਨਾਲ ਖੋਲ ਵੀ ਦਿੰਦੇ ਨੇ, ਪਰ ਬਾਕੀ ਬੰਦ ਨੇ ਜੀ। ਦਿੱਲੀ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੌਰਾਨ RAF ਦੇ ਇੱਕ ਜਵਾਨ ਦੇ ਉੱਤੇ ਹਮਲੇ ਦੇ ਨਾਂ ਦੇ ਉੱਤੇ ਇੱਕ FIR ਹੋਈ, ਤੇ ਕੱਲ ਰਾਤ ਤੱਕ ਮੈਨੂੰ ਪਤਾ ਲੱਗਿਆ ਕਿ 10 FIR ਵੱਖ-ਵੱਖ ਥਾਣਿਆਂ 'ਚ ਇਹਨਾਂ ਬੱਚਿਆਂ ਤੇ ਕਰਤੀਆਂ। ਜ਼ਖਮੀ ਵੀ ਏ, ਕੁੱਟੇ ਵੀ ਏ, ਸਹੀ ਹੈ। ਤੇ ਹਵਾਲਾ ਠੀਕ ਹੈ, ਜਦੋਂ ਇਹੋ ਜਿਹਾ ਕੁਝ ਹੋਊਗਾ, 'ਚ ਲੱਗੀ ਹੋਊਗੀ, ਉਹ 'ਚ 1000 ਬੱਚਿਆਂ ਪਿੱਛੇ 10 ਨੂੰ ਗੁੱਸਾ ਵੀ ਆਏਗਾ, ਕਿਸੇ ਨੇ ਧੱਕਾ ਵੀ ਦਿੱਤਾ ਹੋਊਗਾ, ਕਿਸੇ ਨੇ ਸੋਟੀ ਵੀ ਖੋਈ ਹੋਊਗੀ, ਹੈ ਨਾ। ਹੁਣ ਇਹ ਸਾਰਾ ਕੁਝ ਹੋਇਆ ਹੋਊਗਾ, ਪਰ ਉਹ ਤਾਂ ਨਿਹੱਥੇ ਸੀ, ਹਮਲਾਵਰ ਤੁਸੀਂ ਸੀ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਸਵਾਲ ਖੜੇ ਨੇ, ਤੇ ਦਿੱਲੀ ਹਾਈ ਕੋਰਟ ਨੇ ਤੁਰੰਤ ਸੁਣਵਾਈ ਤੋਂ ਇਨਕਾਰ ਕਰਤਾ। ਆਪਾਂ ਸੁਪਰੀਮ ਕੋਰਟ ਦੇ ਹਵਾਲੇ ਨਾਲ ਗੱਲ ਕਰਕੇ ਹਟੇ, ਉਹਨੇ ਤੁਰੰਤ ਸੁਣਵਾਈ ਤੋਂ ਇਨਕਾਰ ਕਰਤਾ, ਤੇ JP ਨੱਡਾ ਨੇ ਵਾਰ-ਵਾਰ ਸੱਦਾ ਦਿੱਤਾ ਇਹਨੂੰ ਗੱਲਬਾਤ ਦਾ। ਬੱਚੇ ਕਹਿੰਦੇ ਅਸੀਂ ਨਹੀਂ ਆਉਣਾ, ਜਿਵੇਂ ਤੁਹਾਡੇ ਘਰੇ ਆ ਲਏ ਉਦੋਂ ਆਉਣਾ ਸੀ, ਤੁਸੀਂ ਆਉਣਾ ਜੰਤਰ ਮੰਤਰ ਆ ਜਾਓ, ਨਹੀਂ ਕਿਸੇ ਹੋਰ ਕਾਮਨ ਥਾਂ ਤੇ ਜੰਤਰ ਮੰਤਰ ਦੇ ਨੇੜੇ ਆ ਜਾਓ, ਅਸੀਂ ਤੁਹਾਡੇ ਨਾਲ ਮੀਟਿੰਗ ਨਹੀਂ ਕਰਨੀ। ਸੋ ਇਹ ਦਬਾਅ ਬਣਾਉਣ ਦੀ ਰਾਜਨੀਤੀ ਚੋਂ ਕਿੰਨੇ ਕਾਮਯਾਬ ਹੁੰਦੇ ਨੇ, ਇਹ ਦੇਖਣ ਦੀ ਗੱਲ ਹੋਗੀ। ਅੰਦੋਲਨ ਜਾਰੀ ਹੈ, ਲੋਕ ਆਪ ਮੁਹਾਰੇ ਉੱਥੇ ਸਹਿਯੋਗ ਕਰ ਰਹੇ ਨੇ। ਇਹ ਮਤਲਬ ਉੱਥੇ ਜਾ ਕੇ ਜਿਹੜੇ ਨਾਰਮਲ ਵਿਚਾਰੇ ਕੋਈ ਰੇਹੜੀ ਫੜੀ ਲਾਉਣ ਵਾਲੇ ਨੇ, ਉਹ ਵੀ ਉੱਥੇ ਉਹਨਾਂ ਲਈ ਖੜੇ ਨੇ ਕਿ ਖਾਓ ਜੋ ਖਾਣਾ ਹੈ ਨਾ। ਉਹ ਤੋਂ ਇਲਾਵਾ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਸਿੱਖ ਸੰਸਥਾਵਾਂ, ਮਤਲਬ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਾਂ ਆਮ ਕਾਰੋਬਾਰੀ ਵਪਾਰੀ ਲੋਕ, ਉਹ ਆਪਣੇ ਵੱਲੋਂ ਸਮਾਨ ਭੇਜ ਰਹੇ ਨੇ। ਕੁਝ ਪਰਿਵਾਰਕ ਲੋਕ, ਮੈਂ ਬੜਾ ਇੱਕ ਨਵੇਕਲਾ ਤਰੀਕਾ ਦੇਖਿਆ ਕਿ ਇਹ ਮਾਡਰਨ ਜਵਾਕ ਨੇ ਤੇ ਮਾਡਰਨ ਲੋਕ ਹੀ ਫਿਰ ਉਸੇ ਤਰੀਕੇ ਨਾਲ, ਉਹ ਕਹਿੰਦੇ ਵੀ ਉੱਥੋਂ ਸਵੀਗੀ ਆ, ਜਮੈਟੋ ਜੋ ਹੁੰਦਾ, ਉਹਦੇ ਰਾਹੀਂ ਲੋਕ ਸਮਾਨ ਭੇਜ ਦਿੰਦੇ ਨੇ ਕਿ ਜਿਹਨੂੰ ਮਰਜ਼ੀ ਤੇ ਆਓ ਬਈ ਉੱਥੇ। ਸੋ ਨਾ ਭੇਜਣ ਵਾਲੇ ਦਾ ਪਤਾ, ਨਾ ਲੈਣ ਵਾਲੇ ਦਾ ਪਤਾ, ਬਸ ਉਹ ਕਹਿੰਦੇ ਨੇ ਕਿ ਜਿੱਥੇ ਧਰਨਾ ਚੱਲਦਾ ਉੱਥੇ ਜਾ ਕੇ ਡਿਲੀਵਰ ਕਰ ਦਿਓ, ਜਿਹਨੂੰ ਲੋੜ ਆ ਉਹ ਲੈ ਲਵੇ। ਸੋ ਇਸ ਤਰੀਕੇ ਨਾਲ ਅੰਦੋਲਨ ਨੂੰ ਸਹਿਯੋਗ ਕੀਤਾ ਜਾ ਰਿਹਾ, ਪਰ ਸਰਕਾਰਾਂ ਦੀ ਅਣਦੇਖੀ ਤੇ ਸਿਸਟਮ ਦੀ ਅਣਦੇਖੀ ਦਾ ਨਤੀਜਾ ਇਹ ਹੈ ਕਿ ਇਹ ਮਾਮਲਾ ਵੱਡਾ ਹੋਏਗਾ। ਔਰ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਰਾਤ ਫਿਰ ਤਣਾਅ ਵਧਿਆ, ਰਾਤ 8:30 ਵਜੇ, ਉਹਦੇ ਨਾਲ ਅੱਜ ਫੇਰ ਫਿਕਰ ਖੜਾ ਕਿ ਅੱਜ ਦਿਨ ਚ ਚੜ੍ਹਦੇ ਨੂੰ ਕੀ ਹੋਏਗਾ। ਜੀ ਬਿਲਕੁਲ।